ਅਫਸੋਸ ਦੀ ਗੱਲ ਹੈ ਜੀ ਕਿ 7 ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਵਾ ਤੇ ਅੱਜ ਵੀ ਲੋਕਾਂ ਨੂੰ ਭੁੰਜੇ ਬਹਿ ਕੇ ਇਨਸਾਫ ਮੰਗਣਾ ਪੈ ਰਿਹਾ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਵਿਧਾਨ ਸਭਾ ਦੇ ਵਿੱਚ ਬਾਦਲ ਸਾਹਿਬ ਵੱਡਿਆਂ ਨੇ ਕਿਹਾ ਸੀਗਾ ਕਿ ਮੈਂ ਤਾਂ ਕੀੜੀ ਵੀ ਦੇਖਦਾ ਵਾਂ ਪੰਜਾਬ ਦੇ ਵਿੱਚ ਅਗਰ ਜਾਂਦੀ ਆ। ਇਸ ਲਈ ਉਸ ਵਕਤ ਦੀ ਸਰਕਾਰ ਜਿਹੜੀ ਉਸ ਵਕਤ ਅਖੌਤੀ ਅਕਾਲੀ ਸੀਗੇ ਇਹ ਉਹਨਾਂ ਦਾ ਬਹੁਤ ਵੱਡਾ ਇਹਦੇ 'ਚ ਗੁਨਾਹ ਵਾ। ਤੁਹਾਡਾ ਕੀ ਖਿਆਲ ਹੈ ਕਿ ਕਿਸੇ ਹੌਲਦਾਰ ਥਾਣੇਦਾਰ ਕਿਸੇ ਡੀਐਸਪੀ ਨੇ ਗੋਲੀ ਚਲਾ ਕੇ ਮਾਰ ਦਿੱਤੇ ਨੇ? ਇਹਦੀਆਂ ਇਨਸਟਰਕਸ਼ਨਸ ਰਾਈਟ ਫਰਮ ਚੰਡੀਗੜ੍ਹ ਆਉਂਦੀਆਂ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਮਾਂ ਮੰਗਦਾ, ਉਹਨੂੰ ਸਮਾਂ ਨਹੀਂ ਦਿੰਦੇ। ਜਿਹੜੀ ਉਹਦੀ SIT ਬਣਾਈ ਗਈ ਸੀ ਜਦੋਂ ਪਿਛਲੀ ਸਰਕਾਰ ਵੱਲੋਂ, ਜਿਹੜੇ ਉਹਦੇ ਨਾਲ ਹੋਰ SIT ਦੇ ਮੈਂਬਰ ਸੀਗੇ, ਉਹਨਾਂ ਨੂੰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਹਤਰੀਨ ਪੋਜੀਸ਼ਨਸ, ਇੰਟੈਲੀਜੈਂਸ ਦਾ ਚੀਫ, ਕਿਸੇ ਨੂੰ ਕਮਿਸ਼ਨਰ ਵੱਡੇ ਸ਼ਹਿਰਾਂ ਦਾ, ਇੱਥੋਂ ਉਹਨਾਂ ਦੀ ਨੀਅਤ ਸਾਫ਼ ਆਉਂਦੀ ਹੈ। ਜਿਨ੍ਹਾਂ ਨੇ ਵੋਟਾਂ ਦੀ ਖਾਤਰ ਸਾਜ਼ਿਸ਼ਾਂ ਰਚੀਆਂ, ਜਿਨ੍ਹਾਂ ਨੇ ਡੇਰੇ ਸੱਚੇ ਸੌਦੇ ਨਾਲ ਸਮਝੌਤਾ ਕਰਕੇ ਆਪਣੀ ਕੌਮ ਨੂੰ ਵੇਚਿਆ, ਜਦ ਤੱਕ ਉਹ ਲੋਕ ਨਹੀਂ ਫੜੇ ਜਾਣਗੇ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਮੈਂ ਕਹਾਂ ਕਿ ਉਸ ਵਕਤ ਦੇ ਚੀਫ ਮਿਨਿਸਟਰ ਔਰ ਸੁਖਬੀਰ ਸਿੰਘ ਬਾਦਲ, ਇਸ ਲਈ ਕਿਉਂਕਿ ਉਹ ਡੀਫੈਕਟੋ ਚੀਫ ਮਿਨਿਸਟਰ ਸੀਗੇ, ਉਹਨਾਂ ਤੋਂ ਬਗੈਰ ਪੱਤਾ ਨਹੀਂ ਸੀ ਹਿਲਦਾ ਪੰਜਾਬ ਦੇ ਵਿੱਚ। ਉਸ ਵਕਤ ਦਾ DGP ਸੁਮੇਧ ਸਿੰਘ ਸੈਣੀ ਤੇ ਜਿਹੜੇ ਕਰਕੇ ਸਾਰੀਆਂ ਬੇਅਦਬੀਆਂ ਹੋਈਆਂ ਡੇਰਾ ਸੱਚਾ ਸੌਦਾ ਦਾ ਸਾਥ, ਇਹ ਚਾਰ ਵਿਅਕਤੀ, ਇਹ ਜਿਹੜਾ ਅੱਜ ਤੁਸੀਂ ਲੜਾਈ ਲੜ ਰਹੇ ਹੋ, ਇਹ ਸਾਡਾ ਕੰਮ ਥੋੜੋ ਸੀਗਾ। ਇਹ ਤਾਂ ਅਕਾਲੀ ਦਲ ਦਾ ਕੰਮ ਸੀਗਾ, ਇਹ SGPC ਦਾ ਕੰਮ ਸੀਗਾ, ਇਹ ਅਕਾਲ ਤਖਤ ਦੇ ਜਥੇਦਾਰ ਦਾ ਕੰਮ ਸੀਗਾ। ਜਿਹੜੇ ਰੋਜ਼ ਕਹਿੰਦੇ ਨੇ ਅਸੀਂ ਬੇਅਦਬੀਆਂ ਨਹੀਂ ਕੀਤੀਆਂ, ਫਿਰ ਅੱਜ ਇਸ ਕੱਟ 'ਚ ਕਿਉਂ ਨਹੀਂ ਆਉਂਦੇ? ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ, ਬਿਕਰਮ ਮਜੀਠੀਆ ਨੂੰ ਪੁੱਛਣਾ ਚਾਹੁੰਦਾ, ਹਰਸਿਮਰਤ ਕੌਰ ਬਾਦਲ ਨੂੰ ਪੁੱਛਣਾ ਚਾਹੁੰਦਾ, ਜਾਂ ਜਿਹੜੇ ਹੋਰ ਕਹਿੰਦੇ ਕਿ ਸਾਡਾ ਕੋਈ ਰੋਲ ਨਹੀਂਗਾ, ਫਿਰ ਇੱਥੇ ਆਓ ਨਾ। ਜਦੋਂ ਤੁਸੀਂ ਨਹੀਂ ਆਉਂਦੇ, ਇਟਸ ਅੰਡਰਸਟੂਡ ਕਿ ਤੁਸੀਂ ਜਿਹੜੇ ਅੰਦਰੋਂ ਦਿਲੋਂ ਤੁਸੀਂ ਚੋਰ ਹੋ। ਅਫਸੋਸ ਦੀ ਗੱਲ ਹੈ ਜੀ ਕਿ 7 ਸਾਲ ਤੋਂ ਜ਼ਿਆਦਾ ਸਮਾਂ ਬੀਤ ਗਿਆ ਵਾ ਤੇ ਅੱਜ ਵੀ ਲੋਕਾਂ ਨੂੰ ਭੁੰਜੇ ਬਹਿ ਕੇ ਇਨਸਾਫ ਮੰਗਣਾ ਪੈ ਰਿਹਾ ਵਾ। ਕਈ ਸਰਕਾਰਾਂ ਬਦਲ ਗਈਆਂ ਔਰ ਮੈਂ ਸਮਝਦਾ ਵਾਂ ਕਿ ਇਹ ਜਦੋਜਹਿਦ ਜਾਰੀ ਰਹਿ ਗਈ, ਕਿਉਂਕਿ ਪੰਜਾਬ ਜਾਂ ਜਿਹੜੇ ਆਪਣੀ ਕੌਮ ਦੇ ਲੋਕ ਨੇ, ਇਹਨਾਂ ਨਾਲ ਪਹਿਲੀ ਵਾਰੀ ਜ਼ਿਆਦਤੀ ਨਹੀਂ ਹੋਈ। ਇਹ ਸਾਡੇ ਨਾਲ ਦਹਾਕਿਆਂ ਬੱਧੀ ਬਲਕਿ ਸਦੀਆਂ ਤੋਂ ਜ਼ੁਲਮ ਹੁੰਦਾ ਰਿਹਾ ਵਾ। ਔਰ ਮੈਂ ਇਹਨਾਂ ਦੇ ਜਜ਼ਬੇ ਨੂੰ, ਆਪਣੇ ਕੌਮੀ ਜਜ਼ਬੇ ਨੂੰ ਸਲਾਮ ਸਲੂਟ ਕਰਦਾ ਕਿ ਇਹ ਇਨਸਾਫ ਦੀ ਲੜਾਈ ਕਦੀ ਛੱਡਦੇ ਨਹੀਂਗੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀ, ਬਾਈਬਲ ਕਲਾਂ ਦੀ ਕਦੀ ਇਨਸਾਫ ਦੀ ਲੜਾਈ ਛੱਡੀ ਨਹੀਂ ਜਾਵੇਗੀ ਔਰ ਇਹਨੂੰ ਅੰਤ ਤੱਕ ਲਿਆ ਜਾਵੇਗਾ। ਹਾਂ, ਇਸ ਦੇ ਵਿੱਚ ਪਰਖ ਹੋ ਰਹੀ ਸਾਰਿਆਂ ਦੀ। ਜਿਹੜੇ ਫਰਜ਼ੀ ਬੰਦੇ ਸੀਗੇ, ਜਿਹੜੇ ਪਹਿਲਾਂ ਇੱਥੇ ਆਉਂਦੇ ਸੀਗੇ, ਗੱਲਾਂ ਕਰਦੇ ਸੀਗੇ, ਉਹਨਾਂ ਦੀ ਪਰਖ ਹੋ ਰਹੀ ਆ। ਔਰ ਪਿਛਲੀ ਸਰਕਾਰ ਅਗਰ ਜਾਂਦੀ ਆ ਕਾਂਗਰਸ, ਉਹਦੇ 'ਚ ਬਹੁਤ ਵੱਡਾ ਇੱਕ ਕਾਰਨ ਬੇਅਦਬੀਆਂ ਦਾ ਪੁਖਤਾ ਇਨਸਾਫ ਨਾ ਦੇਣਾ ਸੀ। ਔਰ ਮੈਂ ਸਮਝਦਾ ਕਿ ਹੁਣ ਜਿਹੜੀ ਸਰਕਾਰ ਬਣੀ ਆ, ਇਹਨੂੰ 5 ਮਹੀਨੇ ਹੋ ਗਏ ਨੇ, ਇਹਨਾਂ ਨੇ ਵੀ ਜਿਹੜਾ ਵਾ ਇਹਦੇ 'ਚ, ਹਾਲਾਂਕਿ ਇਹਨਾਂ ਦਾ ਆਪਣਾ MLA ਕੁੰਵਰ ਵਿਜੇ ਪ੍ਰਤਾਪ ਸਿੰਘ, ਉਹ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਸਮਾਂ ਮੰਗਦਾ, ਉਹਨੂੰ ਸਮਾਂ ਨਹੀਂ ਦਿੰਦੇ। ਜਿਹੜੀ ਉਹਦੀ SIT ਬਣਾਈ ਗਈ ਸੀ ਜਦੋਂ ਪਿਛਲੀ ਸਰਕਾਰ ਵੱਲੋਂ, ਜਿਹੜੇ ਉਹਦੇ ਨਾਲ ਹੋਰ SIT ਦੇ ਮੈਂਬਰ ਸੀਗੇ, ਜਿਨ੍ਹਾਂ ਨੇ ਬਿਲਕੁਲ ਪਹਿਲੇ ਦਿਨ ਤੋਂ ਕਹਿਤਾ ਕਿ ਅਸੀਂ ਕੋਆਪਰੇਟ ਨਹੀਂ ਕਰਾਂਗੇ, ਉਹਨਾਂ ਨੇ ਕੋਈ ਹਿੱਸਾ ਨਹੀਂ ਪਾਇਆ, ਕੋਈ ਯੋਗਦਾਨ ਨਹੀਂ ਪਾਇਆ ਇਨਸਾਫ ਦੀ ਲੜਾਈ ਵਿੱਚ। ਉਹਨਾਂ ਨੂੰ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਿਹਤਰੀਨ ਪੋਜੀਸ਼ਨਸ, ਇੰਟੈਲੀਜੈਂਸ ਦਾ ਚੀਫ, ਕਿਸੇ ਨੂੰ ਕਮਿਸ਼ਨਰ ਵੱਡੇ ਸ਼ਹਿਰਾਂ ਦਾ, ਇੱਥੋਂ ਉਹਨਾਂ ਦੀ ਨੀਅਤ ਸਾਫ਼ ਆਉਂਦੀ ਆ। ਔਰ ਮੈਂ ਸਮਝਦਾ ਕਿ ਇਹ ਸਰਕਾਰ ਸਿਰਫ ਇਸ ਨੂੰ ਅੱਖੀਂ ਘੱਟਾ ਪਾ ਰਹੀ ਆ। ਮੇਰਾ ਇਹ ਮੰਨਣਾ ਕਿ ਜਦ ਤੱਕ ਜਿਹੜੇ ਸਹੀ ਗੁਨਾਹਗਾਰ ਬੰਦੇ ਹੁੰਦੇ ਨਾ ਜੀ, ਦੇਖੋ ਜ਼ਿੰਦਗੀ ਦੇ ਵਿੱਚ ਕੀ ਹੁੰਦਾ ਵਾ ਕਿ ਪੰਜਾਬ ਵਰਗੀ ਸਟੇਟ, ਤੁਹਾਡਾ ਕੀ ਖਿਆਲ ਹੈ ਕਿ ਕਿਸੇ ਹੌਲਦਾਰ ਥਾਣੇਦਾਰ ਕਿਸੇ DSP ਨੇ ਗੋਲੀ ਚਲਾ ਕੇ ਮਾਰ ਦਿੱਤੇ ਨੇ? ਇਹਦੀਆਂ ਇਨਸਟਰਕਸ਼ਨਸ ਰਾਈਟ ਫਰਮ ਚੰਡੀਗੜ੍ਹ ਆਉਂਦੀਆਂ ਨੇ। ਮੈਨੂੰ ਅੱਛੀ ਤਰ੍ਹਾਂ ਯਾਦ ਹੈ ਵਿਧਾਨ ਸਭਾ ਦੇ ਵਿੱਚ ਬਾਦਲ ਸਾਹਿਬ ਵੱਡਿਆਂ ਨੇ ਕਿਹਾ ਸੀਗਾ ਕਿ ਮੈਂ ਤਾਂ ਕੀੜੀ ਵੀ ਦੇਖਦਾ ਵਾਂ ਪੰਜਾਬ ਦੇ ਵਿੱਚ ਅਗਰ ਜਾਂਦੀ ਆ। ਇਸ ਲਈ ਉਸ ਵਕਤ ਦੀ ਸਰਕਾਰ ਜਿਹੜੀ ਉਸ ਵਕਤ ਅਖੌਤੀ ਅਕਾਲੀ ਸੀਗੇ, ਇਹ ਉਹਨਾਂ ਦਾ ਬਹੁਤ ਵੱਡਾ ਇਹਦੇ 'ਚ ਗੁਨਾਹ ਵਾ। ਸੁਮੇਧ ਸਿੰਘ ਸੈਣੀ ਨੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੂੰ ਇੱਕ ਐਫੀਡੇਵਿਟ ਫਾਈਲ ਕੀਤਾ ਸੀਗਾ ਕਿ ਮੈਨੂੰ 2015 ਦੀ 14 ਅਕਤੂਬਰ ਤੜਕੇ 2 ਵਜੇ ਫੋਨ ਚੀਫ ਮਿਨਿਸਟਰ ਦਾ ਆਇਆ। ਉਦਣ ਹੀ ਕੋਟਕਪੂਰੇ ਲਾਠੀ ਚਾਰਜ, ਗੋਲੀ ਚੱਲਦੀ ਆ, ਅਜੀਤ ਸਿੰਘ ਦੇ ਚੂਲੇ 'ਚ ਵੱਜਦੀ ਆ, ਕੋਈ FIR ਨਹੀਂ। ਉਦਣ ਹੀ ਬਾਈਬਲ ਕਲਾਂ ਦੇ ਵਿੱਚ ਕ੍ਰਿਸ਼ਨ ਭਗਵਾਨ ਸਿੰਘ ਤੇ ਗੁਰਜੀਤ ਸਿੰਘ ਦਾ ਕਤਲ ਕੀਤਾ ਜਾਂਦਾ। ਇਸ ਲਈ ਮੇਰਾ ਇਹ ਮੰਨਣਾ ਵਾ ਕਿ ਇਹ ਲੜਾਈ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਜਿਹੜੇ ਅਸਲ ਗੁਨਾਹਗਾਰ, ਜਿਹੜੇ ਚਾਹੇ ਉਹ ਸਾਜ਼ਿਸ਼ ਵਿੱਚ ਹੋਣ, ਜਿਨ੍ਹਾਂ ਨੇ ਵੋਟਾਂ ਦੀ ਖਾਤਰ ਸਾਜ਼ਿਸ਼ਾਂ ਰਚੀਆਂ, ਜਿਨ੍ਹਾਂ ਨੇ ਡੇਰੇ ਸੱਚੇ ਸੌਦੇ ਨਾਲ ਸਮਝੌਤਾ ਕਰਕੇ ਆਪਣੀ ਕੌਮ ਨੂੰ ਵੇਚਿਆ, ਜਦ ਤੱਕ ਉਹ ਲੋਕ ਨਹੀਂ ਫੜੇ ਜਾਣਗੇ। ਉਹਦੇ ਵਿੱਚ ਸਭ ਤੋਂ ਵੱਡੀ ਗੱਲ ਜੇ ਮੈਂ ਕਹਾਂ ਕਿ ਉਸ ਵਕਤ ਦੇ ਚੀਫ ਮਿਨਿਸਟਰ ਔਰ ਸੁਖਬੀਰ ਸਿੰਘ ਬਾਦਲ, ਇਸ ਲਈ ਕਿਉਂਕਿ ਉਹ ਡੀਫੈਕਟੋ ਚੀਫ ਮਿਨਿਸਟਰ ਸੀਗੇ, ਉਹਨਾਂ ਤੋਂ ਬਗੈਰ ਪੱਤਾ ਨਹੀਂ ਸੀ ਹਿਲਦਾ ਪੰਜਾਬ ਦੇ ਵਿੱਚ। ਉਸ ਵਕਤ ਦਾ DGP ਸੁਮੇਧ ਸਿੰਘ ਸੈਣੀ ਤੇ ਜਿਹੜੇ ਕਰਕੇ ਸਾਰੀਆਂ ਬੇਅਦਬੀਆਂ ਹੋਈਆਂ ਡੇਰਾ ਸੱਚਾ ਸੌਦਾ ਦਾ ਸਾਥ, ਇਹ ਚਾਰ ਵਿਅਕਤੀ, unless they are nominated, they are brought to justice. This fight for justice for Guru Granth Sahib ਬੇਅਦਬੀਜ਼ and ਬਾਈਬਲ ਕਲਾਂ will not end। ਔਰ ਅਗਰ ਇਹਦਾ ਪਿਛੋਕੜ ਝਾਤ ਮਾਰੋ ਕਿ ਕਿਸ ਤਰ੍ਹਾਂ ਗੁਰੂ ਸਾਹਿਬ ਦੀ ਪੁਸ਼ਾਕ ਪਾ ਕੇ ਤੁਲਨਾ ਕੀਤੀ ਸੀ ਡੇਰਾ ਸੱਚਾ ਸੌਦਾ ਦੇ ਸਾਧ ਨਾਲ,
ਔਰ ਕਿਸ ਤਰ੍ਹਾਂ 2012 ਚ 295 ਸੈਕਸ਼ਨ ਏ ਦੇ ਥੱਲੇ ਉਹਦੇ ਤੇ ਚਲਾਨ ਪੇਸ਼ ਹੋ ਗਿਆ ਸੈਸ਼ਨ ਕੋਰਟ ਦੀ ਅਦਾਲਤ ਵਿੱਚ। ਐਨ ਇਲੈਕਸ਼ਨ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਜਿਹੜੇ ਕਿ ਹੋਮ ਡਿਪਾਰਟਮੈਂਟ ਇਹਨਾਂ ਦੇ ਕੋਲ ਸੀਗਾ, ਇਹਨਾਂ ਨੇ ਉਹ ਚਲਾਨ ਵਾਪਸ ਲਿਆ, ਉਸ ਨੂੰ ਇੱਕ ਸੇਫ ਪੈਸੇਜ ਦਿੱਤਾ। ਫਿਰ ਅਕਾਲ ਤਖਤ ਸਾਹਿਬ ਦੇ ਦੁਰਉਪਯੋਗ ਕਰਕੇ ਉਹਨੂੰ ਇੱਕ ਫਰਜ਼ੀ ਮਾਫੀਨਾਮਾ ਦਵਾਇਆ ਗਿਆ, ਫਿਰ ਉਸ ਫਰਜ਼ੀ ਮਾਫੀਨਾਮੇ ਨੂੰ ਪ੍ਰਚਾਰਿਆ ਗਿਆ। ਇਹ ਸਾਰਾ ਕੁਝ ਦੱਸਦਾ ਵਾ ਕਿ ਇਹ ਸਾਰਾ ਕੁਝ ਵੋਟ ਬੈਂਕ ਪੋਲਿਟਿਕਸ ਦੇ ਕਰਕੇ ਹੋਇਆ ਵਾ। ਔਰ ਜਦੋਂ ਪਹਿਲੇ ਦਿਨ ਬੁਰਜ ਜਵਾਹਰ ਸਿੰਘ ਵਾਲੇ ਹੋਈਆਂ, ਜਿਹੜੇ ਆਦਮੀ ਜਿਹੜਾ ਉਹ ਦੁਕਾਨਦਾਰ ਬਾਅਦ 'ਚ ਕਤਲ ਹੋ ਗਿਆ ਸੀਗਾ ਡੇਰਾ ਪ੍ਰੇਮੀ, ਉਸ ਨੂੰ ਇੱਥੋਂ ਦੇ ਲੋਕਲ ਐਸਜੀਪੀਸੀ ਦੇ ਮੈਂਬਰ ਛੁਡਾ ਕੇ ਲੈ ਜਾਂਦੇ ਨੇ। ਇਹ ਬਹੁਤ ਲੰਬੀ ਇੱਕ ਕੜੀ ਹੈਗੀ ਆ, ਬਟ ਇਹਦੇ 'ਚ ਲੈਟ ਮੀ ਟੈਲ ਯੂ ਵਨ ਥਿੰਗ, ਜਿਹੜਾ ਮੇਨ ਕਾਜ਼ is ultimately it was purely politically motivated reasons ਕਿ ਕਿਸੇ ਤਰੀਕੇ ਨਾਲ ਅਸੀਂ ਵੀ ਸਿੱਖ ਤਾਂ ਸਾਡੇ ਗੁਲਾਮ ਹੈਗੇ ਹੀ ਆ ਤੇ ਡੇਰੇ ਵਾਲਿਆਂ ਦੀ ਵੋਟ ਵੀ ਲੈ ਲਈ। ਇੱਥੋਂ ਕਹਾਣੀ ਜਿਹੜੀ ਆ ਸ਼ੁਰੂ ਹੁੰਦੀ ਆ, ਫਿਰ ਫਿਲਮ ਦਾ ਰੋਲ ਆਉਂਦਾ, ਮੈਸੇਂਜਰ ਆਫ ਗੋਡ ਐਟਸੈਟਰਾ, ਮਾਫੀਆ, ਅਕਾਲ ਤਖਤ। ਇਹ ਜਿਹੜਾ ਅੱਜ ਅਸੀਂ ਲੜਾਈ, ਤੁਸੀਂ ਲੜਾਈ ਲੜ ਰਹੇ ਹੋ, ਇਹ ਸਾਡਾ ਕੰਮ ਥੋੜ੍ਹਾ ਸੀਗਾ, ਇਹ ਤਾਂ ਅਕਾਲੀ ਦਲ ਦਾ ਕੰਮ ਸੀਗਾ, ਇਹ ਐਸਜੀਪੀਸੀ ਦਾ ਕੰਮ ਸੀਗਾ, ਇਹ ਅਕਾਲ ਤਖਤ ਦੇ ਜਥੇਦਾਰ ਦਾ ਕੰਮ ਸੀਗਾ, ਜਿਹੜੇ ਰੋਜ਼ ਕਹਿੰਦੇ ਨੇ ਅਸੀਂ ਬੇਅਦਬੀਆਂ ਨਹੀਂ ਕੀਤੀਆਂ। ਫਿਰ ਅੱਜ ਇਸ ਕੱਟ 'ਚ ਕਿਉਂ ਨਹੀਂ ਆਉਂਦੇ? ਸੁਖਬੀਰ ਸਿੰਘ ਬਾਦਲ ਨੂੰ ਪੁੱਛਣਾ ਚਾਹੁੰਦਾ, ਬਿਕਰਮ ਮਜੀਠੀਆ ਨੂੰ ਪੁੱਛਣਾ ਚਾਹੁੰਦਾ, ਹਰਸਿਮਰਤ ਕੌਰ ਬਾਦਲ ਨੂੰ ਪੁੱਛਣਾ ਚਾਹੁੰਦਾ, ਜਾਂ ਜਿਹੜੇ ਹੋਰ ਕਹਿੰਦੇ ਕਿ ਸਾਡਾ ਕੋਈ ਰੋਲ ਨਹੀਂਗਾ, ਫਿਰ ਇੱਥੇ ਆਓ ਨਾ, ਇੱਥੇ ਆਣ ਕੇ ਬੈਠੋ, ਪੁੰਜੇ ਇਹਨਾਂ ਦੇ ਨਾਲ ਮਦਦ ਕਰੋ। ਸੁਖਰਾਜ ਸਿੰਘ ਬੈਠਾ ਪਿਛਲੇ ਕਾਫੀ ਅਰਸੇ ਤੋਂ ਧਰਨੇ ਤੇ, ਫਿਰ ਇਹਦਾ ਸਾਥ ਦਿਓ। ਜਦੋਂ ਤੁਸੀਂ ਨਹੀਂ ਆਉਂਦੇ, ਇਟਸ ਅੰਡਰਸਟੂਡ ਕਿ ਤੁਸੀਂ ਜਿਹੜੇ ਅੰਦਰੋਂ ਦਿਲੋਂ ਤੁਸੀਂ ਚੋਰ ਹੋ।